ਦੋਸਤੋ ਅੱਜ ਦੀ ਗੱਲਬਾਤ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਪੰਜਾਬੀ ਮੈਗਜ਼ੀਨ ਬਾਰੇ ਗੱਲ ਕਰਾਂਗੇ। ਸਾਡੇ ਨਾਲ ਗੱਲਬਾਤ ਕਰਨ ਦੇ ਲਈ ਹਾਜ਼ਰ ਨੇ ਪ੍ਰੋਫੈਸਰ ਡਾਕਟਰ ਰਜਿੰਦਰਪਾਲ ਸਿੰਘ ਬਰਾੜ। ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ। ਸਰ ਜਦ ਰਸਾਲਿਆਂ ਦੀ ਗੱਲ ਚੱਲਦੀ ਹੈ ਤਾਂ UGC ਅਪਰੂਵਡ ਜਰਨਲ ਬਾਰੇ ਕਾਫੀ ਚਰਚਾ ਚੱਲਦੀ ਹੈ ਅਤੇ ਅਕਸਰ ਸਵਾਲ ਉੱਠਦਾ ਕਿ UGC ਕੇਅਰ ਲਿਸਟ ਕੀ ਹੈ। ਇਹਦੇ ਬਾਰੇ ਦੱਸੋ ਸਰ, ਕੇਅਰ ਲਿਸਟ ਕੀ ਚੀਜ਼ ਹੈ ਜੀ? ਕੇਅਰ ਲਿਸਟ ਬੁਨਿਆਦੀ ਤੌਰ 'ਤੇ ਇਹ ਕਿ ਵੀ ਜਿਹੜਾ ਬੰਦਾ ਖੋਜ ਕਾਰਜ ਕਰਦਾ ਉਹ ਖੋਜ ਕਾਰਜ ਨੂੰ ਰਿਸਰਚ ਜਰਨਲ ਦੇ ਵਿੱਚ ਛਪਾਉਂਦਾ ਅਤੇ ਰਿਸਰਚ ਜਰਨਲ ਆ ਜਿਹੜੇ ਉਹਨਾਂ ਦਾ ਮਿਆਰ ਕਿਵੇਂ ਨਿਰਧਾਰਿਤ ਹੋਵੇ, ਇਸ ਦੇ ਲਈ UGC ਨੇ ਮੈਂ ਕਿ ਕੇਅਰ ਲਿਸਟ ਬਣਾਈ ਹੈ। ਕੇਅਰ ਸ਼ਬਦ ਦਾ ਅਰਥ ਹੈ ਕੰਸਟੋਰੀਅਮ ਆਫ academic and research ethics। ਕੰਸਟੋਰੀਅਮ ਯਾਨੀ ਕਿ ਸਭਾਵਾਂ ਦੀ ਸਭਾ ਜਾਂ ਕਹਿ ਲਓ ਕਿ ਕੰਪਨੀਆਂ ਦਾ ਜੋੜ, ਬਹੁਤ ਸਾਰੇ ਲੋਕਾਂ ਦਾ ਇਹ ਗਰੁੱਪ ਹੁੰਦਾ ਹੈ ਤਾਂ ਜਿਹੜਾ ਹੈਗਾ ਇਹਦੇ ਵਿੱਚ ਐਕੈਡਮਿਕਸ ਅਤੇ ਰਿਸਰਚ, ਇਹਦੀ ਜਿਹੜੀ ਐਥਿਕਸ ਨੈਤਿਕਤਾ ਮਿਆਰਾਂ ਦੀ ਗੱਲ ਕਰਦਾ ਹੈ। ਇਸ ਸ਼ਬਦ ਦਾ ਇਹ ਅਰਥ ਕਿ ਜਿਹੜੀ ਰਿਸਰਚ ਆ, ਜਿਹੜੀ ਖੋਜ ਆ, ਉਹਦਾ ਮਿਆਰ ਨਿਰਧਾਰਿਤ ਕਰਨ ਲਈ, ਉਸ ਦਾ ਇੱਕ ਸਟੈਂਡਰਡ ਮੇਨਟੇਨ ਕਰਨ ਲਈ, ਉਹਨੂੰ ਪ੍ਰਮਾਣਿਕ ਕਰਨ ਲਈ ਇਹ ਲਿਸਟ ਬਣਾਈ ਜਾਂਦੀ ਹੈਗੀ ਆ। ਇਸ ਦਾ ਜਿਹੜਾ ਹੁਣ UGC ਹਰ ਸਾਲ ਜਾਂ 2 ਸਾਲਾਂ ਬਾਅਦ ਲਿਸਟ ਜਾਰੀ ਕਰ ਦਿੰਦੀ ਹੈ ਕਿ ਇਹ ਜਿਹੜੇ ਪੰਜਾਬੀ ਦੇ ਰਸਾਲੇ ਨੇ ਇਹ UGC ਕੇਅਰ ਲਿਸਟ ਦੇ ਵਿੱਚ ਨੇ। ਸਰ ਇਹਦੇ ਨਾਲ ਹੀ ਇਹ ਗੱਲ ਹੋ ਜਾਂਦੀ ਕਿ ਇਹਨਾਂ ਰਸਾਲਿਆਂ ਦੇ ਵਿੱਚ ਕਿਹੜਾ ਰਸਾਲਾ ISSN ਨੰਬਰ ਦਾ ਅਤੇ ਕਿਹੜਾ ISBN ਨੰਬਰ ਦਾ, ਤਾਂ ISSN ਅਤੇ ISBN ਨੰਬਰ ਦੇ ਵਿੱਚ ਕੀ ਅੰਤਰ ਹੈ ਜੀ? ਦੇਖੋ, ਇੱਕ ਗੱਲ ਤਾਂ ਇਹ ਕਿ ਆਪਾਂ ਨਾ 3-4 ਸ਼ਬਦ ਪੰਜਾਬੀ 'ਚ ਰਲਾ ਮਿਲਾ ਕੇ ਵਰਤ ਲੈਂਦੇ ਹਾਂ। ਇੱਕ ਸ਼ਬਦ ਵਰਤ ਲੈਂਦੇ ਹਾਂ ਰਸਾਲਾ, ਇੱਕ ਸ਼ਬਦ ਵਰਤ ਲੈਂਦੇ ਹਾਂ ਮੈਗਜ਼ੀਨ, ਇੱਕ ਸ਼ਬਦ ਵਰਤ ਲੈਂਦੇ ਹਾਂ ਜਰਨਲ, ਅਤੇ ਇਹਨਾਂ ਨੂੰ ਰਲਾ ਮਿਲਾ ਕੇ ਵਰਤੀ ਜਾਂਦੇ ਹਾਂ। ਵੈਸੇ ਜਿਹੜੇ ਆਮ ਜਾਣਕਾਰੀ ਵਾਲੇ, ਆਮ ਮਨੋਰੰਜਨ ਵਾਲੇ, ਆਮ ਲੋਕਾਂ ਦੇ ਪੜ੍ਹਨ ਵਾਲੀਆਂ ਚੀਜ਼ਾਂ ਹੁੰਦੀਆਂ, ਉਹਨਾਂ ਲਈ ਅਸੀਂ ਸ਼ਬਦ ਰਸਾਲਾ ਯੂਜ਼ ਕਰਦੇ ਹਾਂ ਜੀ, ਰਸਾਲੇ ਦੀ ਵਰਤੋਂ ਕਰਦੇ ਹਾਂ। ਜਿਹੜਾ ਹੈਗਾ ਆਪਾਂ ਜਦੋਂ ਕਹਿੰਦੇ ਹਾਂ ਕਿ ਮੈਗਜ਼ੀਨ, ਤਾਂ ਮੈਗਜ਼ੀਨ ਆ ਜਿਹੜਾ ਉਹ ਥੋੜ੍ਹਾ ਜਿਹਾ ਕਿਹਾ ਜਾ ਸਕਦਾ ਹੈ ਕਿ ਰਸਾਲੇ ਦੀ ਥਾਂ 'ਤੇ ਵੀ ਵਰਤਿਆ ਜਾਂਦਾ ਅਤੇ ਮੈਗਜ਼ੀਨ ਥੋੜ੍ਹਾ ਜਿਹਾ ਉਸੇ ਕੈਟਾਗਰੀ ਦਾ ਜਿਸ 'ਚ ਰਸਾਲਾ। ਜਦੋਂ ਸ਼ਬਦ ਜਰਨਲ ਵਰਤਦੇ ਹਾਂ ਤਾਂ ਜਰਨਲ ਹੁੰਦਾ ਹੈ ਕਿ ਜਿਹੜਾ ਇੱਕ ਖੋਜ ਨੂੰ ਸਮਰਪਿਤ ਕੋਈ ਚੀਜ਼ ਹੈਗੀ, ਉਹਦੇ ਲਈ ਜਰਨਲ ਸ਼ਬਦ ਵਰਤਣਾ ਚਾਹੀਦਾ। ਮੈਂ ਕਹਿੰਦਾ ਹੁੰਦਾ ਕਿ ਆਮ ਕਰਕੇ ਸਾਨੂੰ ਖੋਜ ਪੱਤਰਕਾ ਜਾਂ ਖੋਜ ਜਰਨਲ ਸ਼ਬਦ ਹੀ ਇਹਦੇ ਲਈ ਵਰਤਣਾ ਚਾਹੀਦਾ ਹੈਗਾ, ਭਾਵੇਂ ਰਸਾਲਾ ਅਤੇ ਮੈਗਜ਼ੀਨ ਸ਼ਬਦ ਵੀ ਵਰਤੇ ਜਾਂਦੇ। ਜਿਹੜਾ ਤੁਹਾਡਾ ਦੂਜਾ ਸਵਾਲ ਆ ਕਿ ISSN ਅਤੇ ISBN ਨੰਬਰ ਦੇ ਵਿੱਚ ਕੀ ਫਰਕ ਹੈ। ਪਹਿਲੀ ਗੱਲ ਤਾਂ ਜਿਹੜੀਆਂ ਕਿਤਾਬਾਂ ਨੇ, ਪੁਸਤਕਾਂ ਨੇ, ਉਹਨਾਂ 'ਤੇ ISBN ਨੰਬਰ ਲੱਗਦਾ ਹੈ। ISBN ਨੰਬਰ ਉਹਨਾਂ 'ਤੇ ਲੱਗਦਾ ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ, ਉਹਦੇ 'ਤੇ ਲੱਗਦਾ। ਉਹਦਾ ਮੰਤਵ ਇਹ ਹੁੰਦਾ ਹੈ ਕਿ ਲਾਇਬ੍ਰੇਰੀ ਦੇ ਵਿੱਚ ਜਦੋਂ ਕਿਤਾਬਾਂ ਨੂੰ ਸੌਰਟ ਆਊਟ ਕਰਨਾ ਹੈ, ਖਰੀਦਣਾ ਹੈ, ਆਰਡਰ ਦੇਣੇ ਆ, ਕੋਈ ਚੀਜ਼ ਕਿਹੜੀ ਆ, ਰਸਾਲਾ ਕਿ ਦੂਜੀ ਬੁੱਕ ਕਿਹੜੀ ਆ, ਕਿਤਾਬ ਕਿਹੜੀ ਆ, ਇਹ ਦੱਸਣ ਦੇ ਲਈ ਉਹ ਹੁੰਦਾ ਨੰਬਰ। 13 ਉਹਦੇ ਵਿੱਚ ਅੰਕ ਹੁੰਦੇ ਆ, 13 ਉਹਦੇ 'ਚ ਡਿਜਿਟ ਹੁੰਦੇ ਆ। ਜਿਹੜਾ ਹੈਗਾ ਜਰਨਲ ਹੁੰਦੇ ਆ, ਜਰਨਲਾਂ ਦੇ ਉੱਤੇ ISSN ਨੰਬਰ ਲੱਗਦਾ। ਇਹ ਹੈਗਾ ਕਿ ਇੰਟਰਨੈਸ਼ਨਲ ਸਟੈਂਡਰਡ ਜਿਹੜਾ ਹੈਗਾ ਜਰਨਲ, ਜਰਨਲਾਂ ਦੇ ਲਈ ਜਿਹੜਾ ਹੈਗਾ ਉਹ ISSN ਨੰਬਰ ਹੁੰਦਾ ਹੈ। ਇਹ ਹੁੰਦਾ 8 ਅੰਕਾਂ ਦਾ। ਅੱਛਾ, ਇਹ 8 ਅੰਕਾਂ ਦਾ ਹੁੰਦਾ, ਉਹ 13 ਅੰਕਾਂ ਦਾ ਹੁੰਦਾ ਜਿਹੜਾ ਕਿਤਾਬਾਂ 'ਤੇ ਲੱਗਦਾ। ICBN ਨੰਬਰ ਹੈ ਜਿਹੜਾ ਉਹ 13 ਅੰਕਾਂ ਦਾ ਹੁੰਦਾ, ਕਿਤਾਬਾਂ 'ਤੇ ਲੱਗਦਾ। ਜਿਹੜਾ ISSN ਨੰਬਰ ਆ ਇਹ ਲੱਗਦਾ ਹੈਗਾ ਮੈਗਜ਼ੀਨਾਂ 'ਤੇ ਲੱਗਦਾ ਹੈਗਾ, ਜਰਨਲਸ 'ਤੇ ਲੱਗਦਾ। ਹੁਣ ਇਹ ਕਿ ਇਹ ਕਿਉਂ ਲਾਇਆ ਜਾਂਦਾ ਜਾਂ ਕਿਉਂ ਬਣਾਇਆ ਜਾਂਦਾ, ਜਿੱਥੋਂ ਤੱਕ ਤਾਂ ਹੈਗਾ ਜਿਹੜਾ ਕਿਤਾਬਾਂ ਵਾਲਾ ਹੈਗਾ ਉਹ ਤਾਂ ਬ੍ਰਿਟਿਸ਼ ਪ੍ਰਬੰਧ ਹੈਗਾ, ਬ੍ਰਿਟਿਸ਼ ਪ੍ਰਬੰਧ ਆ ਉਹਦਾ, ਲੰਡਨ 'ਚ ਉਹਨਾਂ ਦਾ ਦਫ਼ਤਰ ਹੈਗਾ, ਪਰ ਉਹਦੇ ਨਾਲ ਜਿਹੜੀ ਇੰਡੀਆ ਦੀ ਨੈਸ਼ਨਲ ਲਾਇਬ੍ਰੇਰੀ ਆ ਉਹਦਾ ਪ੍ਰਬੰਧ ਕਰਦੀ ਹੈ। ਜਿਹੜਾ ਹੈਗਾ ਆਪਣੇ ਜਰਨਲ ਵਾਲਾ, ਉਹ ਜਿਹੜਾ ਹੈਗਾ ਉਹਦਾ ਦਫ਼ਤਰ ਆ ਪੈਰਿਸ ਦੇ ਵਿੱਚ, ਅਤੇ ਉਹਦੇ ਨਾਲ ਵੀ ਸੰਬੰਧ ਜਿਹੜੇ ਸਾਡੀ ਨੈਸ਼ਨਲ ਲਾਇਬ੍ਰੇਰੀ ਕਰਦੀ ਹੈ।
ਇਹ ਵੈਸੇ UNO ਦੇ ਅਧੀਨ ਯੂਨੈਸਕੋ ਆਉਂਦੀ ਹੈ। ਯੂਨੈਸਕੋ ਦੇ ਅਧੀਨ ਜਿਹੜੇ ਉਹਦੇ ਨਾਲ ਕੋਲੈਬੋਰੇਸ਼ਨ ਕਰਕੇ ਇਹ ਪ੍ਰੋਜੈਕਟ ਚੱਲ ਰਹੇ ਆ, ਅਤੇ ਇਹ ਨੰਬਰ ਜਿਹੜਾ ਇੰਡੀਆ ਦੇ ਵਿੱਚ ਹੀ ਅਲਾਟ ਹੁੰਦਾ। ਉੱਥੇ ਤੁਸੀਂ ਸਾਈਟ ਦੇ ਉੱਤੇ ਜਾ ਕੇ ਜਾਣਕਾਰੀ ਭਰ ਕੇ ਨੰਬਰ ਲੈ ਸਕਦੇ ਆ, ਚਾਹੇ ICCN ਨੰਬਰ ਹੋਵੇ ਅਤੇ ਚਾਹੇ ICBN ਨੰਬਰ ਹੋਵੇ। ਇਹ ਵੀ ਇੱਕ ਤਰ੍ਹਾਂ ਦਾ ਪ੍ਰਮਾਣਿਕਤਾ ਹੀ ਦੱਸਦਾ ਹੈ ਕਿ ਹਾਂ ਇਹ ਮੈਗਜ਼ੀਨ ਜਾਂ ਇਹ ਜਰਨਲ ਜਾਂ ਇਹ ਕਿਤਾਬ ਛਪੀ ਆ ਅਤੇ ਇਹਦਾ ਇਹ ਨੰਬਰ ਹੈ। ਜੀ ਸਰ, ਇਹਦੇ ਨਾਲ ਅਗਲਾ ਸਵਾਲ ਇਹ ਹੈ ਕਿ ਇਹ ਜਿਹੜੇ ਮੈਗਜ਼ੀਨ ਸ਼ਾਮਲ ਨੇ ਕੇਅਰ ਲਿਸਟ ਦੇ ਵਿੱਚ, ਇਹਨਾਂ ਦਾ ਇੰਪੈਕਟ ਫੈਕਟਰ ਕੀ ਹੈ? ਦੇਖੋ, ਜਿੱਥੋਂ ਤੱਕ ਤਾਂ ਪੰਜਾਬੀ ਦੇ ਇਹਨਾਂ ਦਾ ਜਾਂ ਇਹਨਾਂ ਜਰਨਲ ਦਾ ਤਾਲੁਕ ਆ, ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦਾ ਇੰਪੈਕਟ ਫੈਕਟਰ ਕੱਢਿਆ ਜਾਂਦਾ ਹੈ, ਕਿਉਂਕਿ ਇਹ ਇੰਪੈਕਟ ਫੈਕਟਰ ਆ ਜਿਹੜਾ ਉਹ ਜ਼ਿਆਦਾਤਰ ਸਾਇੰਸ ਦੇ ਵਿੱਚ ਇੰਟਰਨੈਸ਼ਨਲ ਪੱਧਰ 'ਤੇ ਕੱਢਿਆ ਜਾਂਦਾ ਹੈ। ਇੰਪੈਕਟ ਫੈਕਟਰ ਅਤੇ ਇੰਡੈਕਸ ਕਿੰਨਾ ਹੋਇਆ। ਇੰਡੈਕਸਿੰਗ ਤੋਂ ਭਾਵ ਹੁੰਦਾ ਹੈ ਕਿ ਉਹਦੇ ਵਿੱਚ ਜਿਹੜਾ ਕਿਸੇ ਜਰਨਲ ਦੇ ਵਿੱਚ ਜਿਹੜਾ ਕੋਈ ਰਿਸਰਚ ਪੇਪਰ ਛਪਿਆ, ਉਸ ਖੋਜ ਪੱਤਰ ਨੂੰ ਹੋਰ ਕਿੰਨੇ ਬੰਦਿਆਂ ਨੇ ਆਪਣੀ ਖੋਜ ਵਿੱਚ ਆਧਾਰ ਵਜੋਂ ਵਰਤਿਆ, ਭਾਵ ਉਹਨੂੰ ਉद्ध੍ਰਿਤ ਕੀਤਾ, ਉਹਨੂੰ ਸਾਈਟ ਕੀਤਾ। ਜੀ, ਉਹਦੇ ਆਧਾਰ 'ਤੇ ਕਿ ਵੀ ਕਿੰਨੇ ਬੰਦੇ ਕਰ ਰਹੇ ਆ, ਕੋਈ 50 ਬੰਦੇ ਕਰ ਰਹੇ ਆ ਜਾਂ 100 ਬੰਦੇ ਕਰ ਰਹੇ ਆ, ਉਹਦੇ ਨਾਲ ਜਿਹਨੂੰ ਕਹਿੰਦੇ ਆ ਰਸਾਲਾ ਜਾਂ ਮੈਗਜ਼ੀਨ ਜਾਂ ਜਿਹੜਾ ਜਰਨਲ ਆ, ਉਹਦਾ ਵੀ ਪਤਾ ਲੱਗਦਾ ਕਿ ਉਹਦੀ ਸਾਈਟੇਸ਼ਨ ਕਿੰਨੀ ਹੋ ਰਹੀ ਹੈ। ਇਹ ਇੰਪੈਕਟ ਫੈਕਟਰ ਇਹ ਹੁੰਦਾ। ਪੰਜਾਬੀ ਦੇ ਵਿੱਚ ਇਸ ਕਿਸਮ ਦਾ ਕੋਈ ਸਿਸਟਮ ਤਾਂ ਨਹੀਂ ਗਾ ਕਿ ਇੰਪੈਕਟ ਫੈਕਟਰ ਕੱਢਿਆ ਜਾਊਗਾ। ਮੈਨੂੰ ਲੱਗਦਾ ਕਿ ਤੁਸੀਂ ਹੁਣ ਨਾਲ ਹੀ ਇਹ ਪੁੱਛੋਗੇ ਕਿ ਪੀਅਰ ਰਿਵਿਊਡ ਜਰਨਲ ਕੀ ਹੁੰਦੇ ਦੇਖੋ, ਅਸਲ ਦੇ ਵਿੱਚ ਤਾਂ ਇਹ ਸਮਝਿਆ ਜਾਂਦਾ ਹੈ ਕਿ ਜਿਹੜੇ ਜਰਨਲ ਕੱਢੇ ਜਾਂਦੇ ਆ ਖੋਜ ਦੇ, ਉਹਨੂੰ ਇੱਕ ਐਡੀਟੋਰੀਅਲ ਬੋਰਡ ਕੱਢਦਾ। ਜੀ, ਐਡੀਟੋਰੀਅਲ ਬੋਰਡ ਦੇ ਵਿੱਚ ਹਰ ਬੰਦਾ ਹਰ ਆਰਟੀਕਲ ਬਾਰੇ ਜਾਣਕਾਰੀ ਦੇਣ ਦੇ ਯੋਗ ਨਹੀਂ ਹੁੰਦਾ, ਹਰ ਸਰਚ ਪੇਪਰ ਦੇ ਯੋਗ ਨਹੀਂ ਹੁੰਦਾ। ਭਾਵੇਂ ਕੋਈ ਫਿਜ਼ਿਕਸ ਦਾ ਹੀ ਬੰਦਾ ਹੈ, ਚਾਹੇ ਕੋਈ ਕੈਮਿਸਟਰੀ ਦਾ ਬੰਦਾ, ਹਰ ਖੇਤਰ ਬਾਰੇ ਉਹ ਕਿਵੇਂ ਜਾਣ ਸਕਦਾ। ਇਸ ਲਈ ਇਹ ਪੀਅਰ ਹੁੰਦਾ ਹੈ ਕਿ ਉਹੋ ਜਿਹੇ ਬੰਦੇ ਉਸੇ ਹੀ ਉਮਰ ਦੇ, ਉਸੇ ਹੀ ਖੇਤਰ ਵਿੱਚ, ਉਸੇ ਕਿਸਮ ਦੇ ਹੀ ਲੱਗੇ ਹੋਏ ਜਿਹੜੇ ਹੋਰ ਲੋਕ ਆ, ਉਹਨਾਂ ਨੂੰ ਉਹ ਰਸਾਲਾ ਜਾਂ ਮੈਗਜ਼ੀਨ ਜਾਂ ਆਰਟੀਕਲ ਭੇਜ ਦਿੱਤਾ ਜਾਂਦਾ ਹੈ ਅਤੇ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਦੱਸੋ ਇਹ ਖੋਜ ਕਿੰਨੀ ਕੁ ਪ੍ਰਮਾਣਿਕ ਹੈਗੀ ਹੈ, ਅਤੇ ਫਿਰ ਉਹ ਦੱਸਦੇ ਆ ਉਹਦੇ ਆਧਾਰ 'ਤੇ ਛਪਣਯੋਗ ਹੈ ਕਿ ਨਹੀਂ, ਇਹ ਜਾਂ ਕੀ ਸੋਧਾਂ ਕਰਨੀਆਂ ਚਾਹੀਦੀਆਂ ਜਾਂ ਇਹ ਕਿਵੇਂ ਛਾਪਣਾ ਚਾਹੀਦਾ, ਇਹ ਰਾਏ ਦਿੰਦੇ ਆ। ਉਹ ਪੀਅਰ ਰਿਵਿਊਡ ਜਰਨਲ ਹੁੰਦਾ ਅਤੇ ਮੰਨਿਆ ਜਾਂਦਾ ਹੈ ਕਿ ਜਿਹੜਾ ਚੰਗਾ ਜਰਨਲ ਆ ਉਹ ਪੀਅਰ ਰਿਵਿਊਡ ਵੀ ਹੁੰਦਾ, ਉਹਦਾ ਇੰਪੈਕਟ ਫੈਕਟਰ ਵੀ ਬਹੁਤ ਹੁੰਦਾ, ਉਸ ਦਾ ਜਿਹੜਾ ਹੈਗਾ ICCN ਨੰਬਰ ਵੀ ਲੱਗਿਆ ਹੋਇਆ ਉਹਦੇ 'ਤੇ ਹੁੰਦਾ ਹੈਗਾ, ਅਤੇ ਉਹ ਇੱਕ ਚੰਗਾ ਮੈਗਜ਼ੀਨ ਮੰਨਿਆ ਜਾਂਦਾ ਹੈ। ਜੀ ਸਰ, ਜਦੋਂ ਆਪਾਂ ਪੰਜਾਬੀ ਦੇ ਕੇਅਰ ਲਿਸਟ ਵਿੱਚ ਸ਼ਾਮਲ ਮੈਗਜ਼ੀਨ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਕਾਫੀ ਮੈਗਜ਼ੀਨ ਹੈਗੇ ਆ, ਤਕਰੀਬਨ 10 ਦੇ ਕਰੀਬ ਜਿਹੜੇ ਉਹ ਮੈਗਜ਼ੀਨ ਪੰਜਾਬੀ ਦੀ ਲਿਸਟ ਦੇ ਵਿੱਚ ਸ਼ਾਮਲ ਨੇ। ਤਾਂ ਇਹ ਜਾਣਨਾ ਚਾਹਾਂਗੇ ਕਿ ਇਹ ਮੈਗਜ਼ੀਨ ਕਿੱਥੋਂ ਨਿਕਲਦੇ ਆ ਅਤੇ ਇਹਨਾਂ ਨੂੰ ਕੌਣ ਇਹਨਾਂ ਦਾ ਜਿਹੜਾ ਹੈਗਾ ਸੰਪਾਦਕ ਹੈ? ਦੇਖੋ, ਹਰ ਸਮੇਂ ਜਿਹੜਾ ਹਰ ਮੈਗਜ਼ੀਨ, ਹਰ ਰਸਾਲਾ ਜਿਹੜਾ ਜਾਂ ਹਰ ਜਿਹੜਾ ਜਰਨਲ ਆ, ਉਹ ਜ਼ਰੂਰੀ ਨਹੀਂ ਕਿ ਕੇਅਰ ਲਿਸਟ ਵਿੱਚ ਹੀ ਹੋਵੇ। ਜਿਹੜੀ ਕੇਅਰ ਲਿਸਟ ਦੀ ਸ਼ਾਇਦ ਤੁਸੀਂ ਗੱਲ ਕਰ ਰਹੇ ਆ, ਉਹ ਮੇਰਾ ਖਿਆਲ ਕਿ ਜਿਹੜੀ ਹੁਣ ਸਭ ਤੋਂ ਲੇਟੈਸਟ ਕੇਅਰ ਲਿਸਟ ਹੈਗੀ ਹੈ, ਇਹਦੇ ਵਿੱਚ ਸਭ ਤੋਂ ਪਹਿਲਾਂ ਆਬਰੂ ਮੈਗਜ਼ੀਨ ਹੈਗਾ। ਜਿਹੜਾ ਇਹ ਆਬਰੂ ਮੈਗਜ਼ੀਨ ਹੈਗਾ, ਇਹਨੂੰ ਬਲਜੀਤ ਸਿੰਘ ਰੈਣਾ ਜਿਹੜਾ ਕਹਾਣੀਕਾਰ ਵੀ ਆ, ਨਾਟਕਕਾਰ ਵੀ ਆ ਅਤੇ ਉਹ ਫਿਲਮ ਮੇਕਰ ਵੀ ਆ, ਉਹ ਇਹਨੂੰ ਕੱਢਦਾ, ਜੰਮੂ ਤੋਂ ਇਹਨੂੰ ਕੱਢਦਾ ਹੈਗਾ ਆਪਣੇ ਇਸ ਜਰਨਲ। ਪਹਿਲਾਂ ਤਾਂ ਜਿਹੜਾ ਇਹ ਆਬਰੂ ਸੀਗਾ, ਇਹ ਬੁਨਿਆਦੀ ਤੌਰ 'ਤੇ ਸਾਹਿਤ ਨੂੰ ਸਮਰਪਿਤ ਸੀ। ਇਹਦੇ ਵਿੱਚ ਕਹਾਣੀਆਂ ਛਪਦੀਆਂ ਸੀ, ਗੀਤ ਛਪਦੇ ਸੀ, ਗਜ਼ਲਾਂ ਛਪਦੀਆਂ ਸੀ, ਸਾਹਿਤ ਨਾਲ ਸੰਬੰਧਿਤ ਕਦੇ ਕਦੇ ਰਿਵਿਊ ਛਪਦੇ ਸੀ, ਕੋਈ ਆਲੋਚਨਾ ਦਾ ਲੇਖ ਵੀ ਛਪ ਜਾਂਦਾ ਸੀ। ਜੀ ਜੀ। ਪਰ ਪਿਛਲੇ ਕੁਝ ਸਮੇਂ ਤੋਂ ਇਹਦੇ ਵਿੱਚ ਖੋਜ ਪੱਤਰ ਵਧੇਰੇ ਛਪਣ ਲੱਗੇ ਆ ਅਤੇ ਇਹ ਜੰਮੂ ਤੋਂ ਛਪਦਾ। ਬਲਜੀਤ ਸਿੰਘ ਰੈਣਾ ਇਹਨਾਂ ਦੇ ਸੰਪਾਦਕ ਨੇ। ਇਹਨਾਂ ਨਾਲ ਕੁਝ ਹੋਰ ਵਿਅਕਤੀ ਵੀ ਹੈਗੇ ਆ, ਤੁਸੀਂ ਜੇ ਦੇਖੋ ਨਾ ਤਾਂ ਇਹਨਾਂ ਦੇ ਨਾਲ ਕੁਝ ਹੋਰ ਬੰਦੇ ਵੀ ਆ। ਇਹ ਸੰਪਾਦਕੀ ਮੰਡਲ ਦੇ ਵਿੱਚ ਮੋਨੋਜੀਤ ਵੀ ਆ, ਦਵਿੰਦਰ ਸਿੰਘ ਵਿਸ਼ਵ ਨਾਗਰਿਕ ਵੀ ਆ, ਜੰਗ ਐਸ ਵਰਮਨ ਵੀ ਆ, ਡਾਕਟਰ ਮਮਤਾ ਵੀ ਆ, ਇਹ ਰਾਜਵੀਰ ਵੀ ਆ, ਗੁਰਪ੍ਰੀਤ ਵੀ ਆ। ਇਹ ਸਾਰੇ ਦੇ ਸਾਰੇ ਜਿਹੜੇ ਬੰਦੇ ਹੈਗੇ ਆ, ਇਹ ਇੱਕ ਕਾਪੀ ਜਿਹੜੀ ਇਹਦੀ 100 ਰੁਪਈਏ ਦੀ ਹੈਗੀ ਆ ਅਤੇ ਆਮ ਕਰਕੇ ਇਹਦੇ 'ਚ RNI ਨੰਬਰ ਵੀ ਲੱਗਿਆ ਹੋਇਆ। RNI ਨੰਬਰ ਇੱਕ ਵੱਖਰਾ ਹੁੰਦਾ ਕਿ ਜਿਹੜਾ ਸਾਡਾ ਜਿਹੜਾ ਰਜਿਸਟਰਡ ਨਿਊਜ਼ਪੇਪਰ, ਜਿਹੜੇ ਇੰਡੀਆ ਦੇ ਨਿਊਜ਼ਪੇਪਰ ਜਿੱਥੇ ਰਜਿਸਟਰਡ ਹੁੰਦੇ ਆ, ਉਹਨਾਂ ਦਾ ਨੰਬਰ ਆ। ICCN ਨੰਬਰ ਵੀ ਇਹਦੇ 'ਤੇ ਲਵਾਉਂਦੇ ਆ ਉਹ, ਅਤੇ UGC ਕੇਅਰ ਲਿਸਟ ਦੇ ਵਿੱਚ ਵੀ ਆ।
ਆਬਰੂ ਬਲਜੀਤ ਸਿੰਘ ਰੈਣਾ ਹੋਰੀਏ ਕੱਢਦੇ ਜੀ। ਇਸ ਤੋਂ ਬਾਅਦ ਇੱਕ ਅਗਲਾ ਹੈਗਾ ਜੀ ਕਹਾਣੀ ਪੰਜਾਬ। ਕਹਾਣੀ ਪੰਜਾਬ, ਹਾਂਜੀ, ਜਿਹੜਾ ਕਹਾਣੀ ਪੰਜਾਬ ਇਹਦੀ ਵੀ ਬੜੀ ਲੰਮੀ ਚੌੜੀ ਕਹਾਣੀ ਹੈ। ਹਾਂਜੀ ਹਾਂਜੀ। ਕਹਾਣੀ ਪੰਜਾਬ ਆ ਜਿਹੜਾ ਮੈਗਜ਼ੀਨ ਹੈ, ਇਹ ਆਪਣੇ ਜਿਹੜੇ ਅੱਜ ਸਾਡੇ ਵਿਚਕਾਰ ਨਹੀਂ ਗਏ ਰਾਮ ਸਰੂਪ ਅਣਖੀ ਹੋਰੀ ਕੱਢਦੇ ਹੁੰਦੇ ਸੀਗੇ ਜੀ। ਅੱਜ ਕੱਲ੍ਹ ਉਹਨਾਂ ਦਾ ਪੁੱਤਰ ਜਿਹੜਾ ਅਲੀਗੜ੍ਹ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਆ, ਉਹ ਅੱਜ ਕੱਲ੍ਹ ਇਹਨੂੰ ਕੱਢਦਾ ਕ੍ਰਾਂਤੀਪਾਲ, ਡਾਕਟਰ ਕ੍ਰਾਂਤੀਪਾਲ ਜੀ ਜੀ। ਇਹ ਬੁਨਿਆਦੀ ਤੌਰ 'ਤੇ ਤਾਂ ਜਿਵੇਂ ਇਹਦਾ ਨਾਂ ਹੀ ਸੁਝਾਉਂਦਾ ਤੁਹਾਨੂੰ ਕਿ ਕਹਾਣੀ ਪੰਜਾਬ, ਇਹ ਕਹਾਣੀ ਨੂੰ ਹੀ ਸਮਰਪਿਤ ਸੀਗਾ। ਇਹਦੇ ਵਿੱਚ ਬਹੁਤ ਖੂਬਸੂਰਤ ਕਹਾਣੀਆਂ ਛਪਦੀਆਂ ਸੀਗੀਆਂ। ਪਰ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਜਿਹੜੇ ਸਾਹਿਤ ਨੂੰ ਛਾਪਦੇ ਸੀਗੇ, ਉਹ ਅੱਜ ਕੱਲ੍ਹ ਨਾਲ ਜਿਹੜੇ ਹੈਗੇ ਆ ਆਲੋਚਨਾ ਦੇ ਜਾਂ ਖੋਜ ਦੇ ਲੇਖ ਵੀ ਛਾਪਣ ਲੱਗੇ ਹੈਗੇ ਆ। ਇਹ ਉਹਨਾਂ ਦੇ ਬਰਨਾਲੇ ਤੋਂ ਹੀ ਮੈਂ ਕਿ ਇਹ ਪ੍ਰਕਾਸ਼ਿਤ ਹੁੰਦਾ। ਬਹੁਤ ਇਹਨਾਂ ਨੇ ਕਈ ਖੂਬਸੂਰਤ ਅੰਕ ਕੱਢੇ ਆ ਕਿ ਜਿਹੜੇ ਬਹੁਤ ਵੱਡੇ ਹੈਗੇ ਆ। ਜਿਵੇਂ ਇਹ 101ਵਾਂ ਅੰਕ ਆ ਮੇਰੇ ਹੱਥ 'ਚ, ਅਪ੍ਰੈਲ ਜਿਹੜਾ 2021 ਦਾ ਮੇਰੇ ਕੋਲ ਹੈਗਾ। ICBN ਨੰਬਰ ਜਿਹੜਾ ਇਹਦੇ 'ਤੇ ISSN ਨੰਬਰ ਲੱਗਿਆ ਹੋਇਆ, ਅਤੇ ਇਹ ਬਰਨਾਲੇ ਤੋਂ ਨਿਕਲਦਾ ਹੈਗਾ ਕਹਾਣੀ ਪੰਜਾਬ ਜੀ। ਇਸ ਦੇ ਨਾਲ ਹੀ ਸਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕਾਫੀ ਜਿਹੜਾ ਪੁਰਾਣਾ ਅਤੇ ਮਹੱਤਵਪੂਰਨ ਮੈਗਜ਼ੀਨ ਹੈਗਾ ਪਰਖ, ਇਹਦੇ ਬਾਰੇ ਵੀ ਜਾਣਕਾਰੀ ਦਿਓ। ਦੇਖੋ, ਜਿਹੜਾ ਪਰਖ ਮੈਗਜ਼ੀਨ ਹੈਗਾ, ਇਹ ਕਿ ਯੂਨੀਵਰਸਿਟੀਆਂ ਨੇ ਜਦੋਂ ਨਵੀਆਂ ਸਟੈਬਲਿਸ਼ ਹੋਈਆਂ, ਨਵੀਆਂ ਬਣੀਆਂ, ਤਾਂ ਉਹਨਾਂ ਨੇ ਆਪਣੇ ਰਸਾਲੇ ਕੱਢਣੇ ਸ਼ੁਰੂ ਕੀਤੇ। ਪੰਜਾਬ ਯੂਨੀਵਰਸਿਟੀ ਬਹੁਤ ਪੁਰਾਣੀ ਯੂਨੀਵਰਸਿਟੀ ਹੈ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਤਾਂ ਪਰਖ ਆ ਜਿਹੜਾ ਉਹਨਾਂ ਦਾ ਪੰਜਾਬੀ ਡਿਪਾਰਟਮੈਂਟ ਇਸ ਮੈਗਜ਼ੀਨ ਨੂੰ ਕੱਢਦਾ ਹੈ। ਅਤੇ ਆਮ ਕਰਕੇ ਇਹਦੇ ਸੰਪਾਦਕੀ ਮੰਡਲ ਵਿੱਚ ਉਹੀ ਵਿਅਕਤੀ ਸ਼ਾਮਲ ਹੁੰਦੇ ਹੋਣੇ, ਤੁਸੀਂ ਦੱਸਿਆ ਜੋ ਇਹਦੇ 'ਤੇ ਨਾਮ ਮੇਰਾ ਖਿਆਲ ਹੋਣਗੇ ਯੋਗਰਾਜ ਜੀ, ਸਰਬਜੀਤ ਸਿੰਘ, ਹਾਂ, ਇਹ ਉਹਦੇ ਸੰਪਾਦਕੀ ਮੰਡਲ ਦੇ ਵਿੱਚ ਸ਼ਾਮਲ ਹੁੰਦੇ ਆ। ਲਗਭਗ ਸਾਰੇ ਉਹਦੇ ਜਿਹੜੇ ਫੈਕਲਟੀ ਮੈਂਬਰ ਆ ਉਹ ਆਮ ਕਰਕੇ ਸ਼ਾਮਲ ਹੁੰਦੇ ਹੈਗੇ ਆ। ਪੁਰਾਣਾ ਰਸਾਲਾ ਹੈਗਾ, ਮਿਆਰ ਨੂੰ ਕਾਇਮ ਰੱਖਿਆ ਹੈਗਾ ਅਤੇ ਯੂਨੀਵਰਸਿਟੀ ਵੱਲੋਂ ਛਾਪਿਆ ਜਾਂਦਾ। ਇਹਦੇ ਵਿੱਚ ਕਿਸ ਕਿਸਮ ਦੇ ਜਿਹੜੇ ਲੇਖ ਮਿਲਦੇ? ਹਾਂ, ਪਰਖ ਦੇ ਵਿੱਚ ਕਦੇ ਵੀ ਮੈਂ ਕਿ ਸਿਰਜਣਾਤਮਕ ਲਿਖਤਾਂ ਨਹੀਂ ਛਪਦੀਆਂ। ਜਿਵੇਂ ਆਪਾਂ ਆਬਰੂ ਅਤੇ ਕਹਾਣੀ ਪੰਜਾਬ ਬਾਰੇ ਗੱਲ ਕੀਤੀ ਆ ਕਿ ਬੁਨਿਆਦੀ ਤੌਰ 'ਤੇ ਸਿਰਜਣਾਤਮਕ ਸਾਹਿਤ ਦੇ ਉਹ ਮੈਗਜ਼ੀਨ ਸੀਗੇ, ਪਰ ਹੁਣ ਉਹ ਜ਼ਿਆਦਾ ਜਿਹੜਾ ਹੈਗਾ ਉਹ ਆਲੋਚਨਾ ਜਾਂ ਖੋਜ ਕਾਰਜ ਨੂੰ ਛਾਪ ਰਹੇ। ਪਰਖ ਪਹਿਲੇ ਦਿਨੋਂ ਹੀ ਜਿਹਨੂੰ ਕਹਿ ਸਕਦੇ ਹਾਂ ਖੋਜ ਛਾਪਣ ਲਈ ਹੀ ਬਣਿਆ। ਵੱਧ ਤੋਂ ਵੱਧ ਸਾਹਿਤਕ ਪੁਸਤਕਾਂ ਦੇ ਤਾਂ ਰਿਵਿਊ ਛਪਦੇ ਸੀ, ਨਹੀਂ ਤਾਂ ਸ਼ੁੱਧ ਰੂਪ ਦੇ ਵਿੱਚ ਖੋਜ ਨੂੰ ਸਮਰਪਿਤ ਮੈਗਜ਼ੀਨ ਜੀ। ਇਸ ਦੇ ਨਾਲ ਹੀ ਸਰ ਕਾਫੀ ਚਰਚਿਤ ਜਿਹੜਾ ਮੈਗਜ਼ੀਨ ਹੈਗਾ ਪ੍ਰਵਚਨ, ਪਿਛਲੇ ਸਮੇਂ ਡਾਕਟਰ ਜਗਦੀਸ਼ ਬਹਾਦਰ ਜੀ ਸਾਡੇ ਕੋਲੋਂ ਚਲੇ ਗਏ। ਕਾਫੀ ਲੰਮਾ ਸਮਾਂ ਉਹਨਾਂ ਨੇ ਇਸ ਮੈਗਜ਼ੀਨ ਨੂੰ ਆਪਣਾ ਦਿੱਤਾ, ਅਤੇ ਇਹਦੇ ਬਾਰੇ ਦੱਸੋ ਜਿਹਦੇ ਵਿੱਚ ਕੀ ਕੁਝ ਛਪਦਾ ਹੈ? ਦੇਖੋ, ਜਿਹੜਾ ਪ੍ਰਵਚਨ ਹੈ ਇਹ ਪਹਿਲੇ ਸਮੇਂ ਤੋਂ ਹੀ ਇਹਦੇ ਵਿੱਚ ਅੱਧੋ ਅੱਧੀ ਰਿਹਾ ਕਿ ਅੱਧੀ ਸਿਰਜਣਾਤਮਕ ਲਿਖਤਾਂ ਹੁੰਦੀਆਂ ਸੀ ਅਤੇ ਅੱਧੀਆਂ ਜਿਹੜੀਆਂ ਲਿਖਤਾਂ ਉਹ ਆਲੋਚਨਾਤਮਕ ਹੁੰਦੀਆਂ ਸੀ ਜੀ। ਰਜਨੀਸ਼ ਬਹਾਦਰ ਜੀ ਦੀ ਸਹਾਇਤਾ ਕਰਨ ਵਾਲੇ ਵੀ ਦੋਸਤ ਸਨ ਬਹੁਤ ਸਾਰੇ, ਪਰ ਕਹਿ ਲਓ ਕਿ ਇਹ ਦੁਖਦਾਈ ਗੱਲ ਆ ਕਿ ਹੁਣ ਰਜਨੀਸ਼ ਬਹਾਦਰ ਜੀ ਨਹੀਂ ਰਹੇ। ਹੁਣ ਉਹਨਾਂ ਦੀ ਯਾਦ ਦੇ ਵਿੱਚ ਕੁਲਵੰਤ ਸਿੰਘ ਸੰਧੂ ਹੋਰੀ ਹਜੇ ਇਸ ਨੂੰ ਕੱਢ ਰਹੇ ਆ। ਹੋਰ ਇਹਨਾਂ ਦੇ ਵਿੱਚ ਸਹਿਯੋਗ ਇਹਨਾਂ ਦਾ ਬਲਵੀਰ ਪਰਵਾਨੇ ਹੋਰਾਂ ਦਾ ਸਹਿਯੋਗ ਇਹਨਾਂ ਨੂੰ ਮਿਲਦਾ ਰਿਹਾ ਹੈਗਾ, ਅਤੇ ਕੁਲਵੰਤ ਸਿੰਘ ਸੰਧੂ ਅੱਜ ਕੱਲ੍ਹ ਵੀ ਇਹਦੇ ਵਿੱਚ ਕੱਢ ਰਹੇ ਆ। ਪਰ ਪਿਛਲੇ ਕੁਝ ਸਮੇਂ ਤੋਂ ਇਹਦੇ 'ਤੇ ISSN ਨੰਬਰ ਵੀ ਲੱਗਦਾ, ਅਤੇ ਇਹ ਰੈਗੂਲਰਿਟੀ ਵੀ ਇਹਨੇ ਬਣਾਈ ਹੋਈ ਸੀਗੀ। ਪ੍ਰਵਚਨ ਇੱਕ ਤਰ੍ਹਾਂ ਦਾ ਅੰਗਰੇਜ਼ੀ ਵਿੱਚ ਕਰੀਏ ਤਾਂ ਡਿਸਕੋਰਸ ਜੀ, ਤੇ ਜਲੰਧਰ ਤੋਂ ਛਪਦਾ। ਅੱਛਾ, ਇਹਦੇ ਨਾਲ ਹੀ ਸਮਦਰਸ਼ੀ ਦਿੱਲੀ ਤੋਂ ਛਪਦਾ? ਹਾਂਜੀ, ਇਹ ਦਿੱਲੀ ਤੋਂ ਜਿਹੜਾ ਸਮਦਰਸ਼ੀ ਛਪਦਾ ਹੈਗਾ, ਸਮਦਰਸ਼ੀ ਬੁਨਿਆਦੀ ਤੌਰ 'ਤੇ ਪੰਜਾਬੀ ਅਕੈਡਮੀ ਦਿੱਲੀ ਦਾ, ਇਹ ਪੰਜਾਬੀ ਅਕੈਡਮੀ ਦਿੱਲੀ ਦਾ ਇਹ ਹੈਗਾ। ਜਿਹੜਾ ਵੀ ਇਹਦਾ ਪਹਿਲਾਂ ਤਾਂ ਇਹਨਾਂ ਨੇ ਮਹਿਮਾਨ ਸੰਪਾਦਕ ਦਾ ਮੁੱਢਲੇ ਸਮੇਂ 'ਤੇ ਇੱਕ ਸੰਕਲਪ ਵੀ ਲਿਆਂਦਾ ਸੀਗਾ ਕਿ ਬਾਹਰੋਂ ਬੰਦਿਆਂ ਤੋਂ ਐਡਿਟ ਕਰਾਇਆ ਜਾਵੇ। ਕਿਸੇ ਸਮੇਂ ਅਮਰਤਾ ਪ੍ਰੀਤਮ ਵਰਗਿਆਂ ਨੇ ਵੀ ਇਹਨੂੰ ਐਡਿਟ ਕਰਿਆ ਸੀਗਾ ਕਿਸੇ ਸਮੇਂ। ਸਤਿੰਦਰ ਸਿੰਘ ਨੂਰ ਜੀ ਵੀ ਇਹਨੂੰ ਸੰਪਾਦਿਤ ਕਰਦੇ ਰਹੇ ਆ। ਫਿਰ ਹੁਣ ਇਹ ਆ ਕਿ ਵੀ ਜਿਹੜਾ ਵੀ ਇਸ ਅਕੈਡਮੀ ਦਾ ਸਕੱਤਰ ਹੋਵੇ ਉਹ ਹੀ ਇਹਦਾ ਸੰਪਾਦਕ ਹੁੰਦਾ ਹੈ। ਅੱਛਾ। ਲਗਭਗ ਇਹ ਵੀ ਮੁੱਢਲੇ ਤੌਰ 'ਤੇ ਤਾਂ ਸਿਰਜਣਾਤਮਕ ਸਾਹਿਤ ਹੀ ਸੀ, ਪਰ ਆਲੋਚਨਾਤਮਕ ਇਹਦੇ ਵਿੱਚ ਲੇਖ ਵੀ ਇਹਦੇ ਵਿੱਚ ਛਪਦੇ ਆ। ਕੁਝ ਇਹਦੇ ਵਿੱਚ ਰਿਵਿਊ ਵੀ ਛਪਦੇ ਆ। ਜ਼ਰੂਰੀ ਨਹੀਂ ਕਿ ਸਾਰਾ ਜਿਹੜਾ ਅੰਕ ਆ ਉਹ ਹਰ ਅੰਕ ਆ ਜਿਹੜਾ ਖੋਜ ਨੂੰ ਹੀ ਸਮਰਪਿਤ ਹੋਵੇ। ਕਈ ਵਾਰ ਇੱਕ ਦੋ ਆਰਟੀਕਲ ਹੁੰਦੇ ਆ, ਕਈ ਵਾਰ ਸਾਰਾ ਹੀ ਜੇ ਵਿਸ਼ੇਸ਼ ਅੰਕ ਹੋਵੇ ਤਾਂ ਫਿਰ ਕਈ ਵਾਰ ਸਾਰਾ ਹੀ ਅੰਕ
ਸਾਹਿਤ 'ਤੇ ਵੀ ਸਾਹਿਤ ਦੀ ਕਿਸੇ ਵਿਧਾ 'ਤੇ ਵੀ, ਕੋਈ ਕਹਾਣੀ 'ਤੇ ਜਾਂ ਗਜ਼ਲ 'ਤੇ ਜਾਂ ਕਵਿਤਾ 'ਤੇ ਵੀ ਕਈ ਵਾਰੀ ਕੇਂਦਰਿਤ ਹੋ ਜਾਂਦਾ, ਪਰ ਇਹ ਖੋਜ ਵੀ ਇਹ 'ਚ ਛਪਦੀ ਹੈ ਜੀ। ਪਿਛਲੇ ਸਮੇਂ ਸਰ ਇੱਕ ਹੋਰ ਜਿਹੜਾ ਮੈਗਜ਼ੀਨ ਆ ਉਹਨੇ ਆਪਣੀ ਚੰਗੀ ਜਿਹੜੀ ਪਛਾਣ ਬਣਾਈ ਹੈ, ਜਿਹਦਾ ਨਾਂ ਹੈ ਸੰਵਾਦ, ਇਹਦੇ ਬਾਰੇ ਵੀ ਦੱਸੋ ਜੀ। ਸੰਵਾਦ ਖਾਲਸਾ ਕਾਲਜ ਅੰਮ੍ਰਿਤਸਰ ਜੀ, ਅੰਮ੍ਰਿਤਸਰ ਦਾ ਇਹ ਖੋਜ ਜਰਨਲ ਹੈਗਾ। ਮੈਨੂੰ ਇਹ ਲੱਗਦਾ ਹੈ ਕਿ ਕਾਲਜਾਂ ਦੇ ਵਿੱਚ ਬਹੁਤ ਪੋਟੈਂਸ਼ੀਅਲ ਹੁੰਦਾ ਅਤੇ ਇਸ ਕਾਲਜ 'ਚ ਵੀ ਬਹੁਤ ਪੋਟੈਂਸ਼ੀਅਲ ਆ। ਕਾਲਜ ਵੀ ਬਹੁਤ ਪੁਰਾਣਾ, ਤੁਹਾਨੂੰ ਪਤਾ ਹੈ ਕਿ ਉਹਦੀ ਕਿੰਨੀ ਖੂਬਸੂਰਤ ਬਿਲਡਿੰਗ ਹੈਗੀ। ਜੀ ਜੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਿਲਕੁਲ ਨਾਲ ਲੱਗਦਾ ਹੈਗਾ ਸੰਵਾਦ। ਤਾਂ ਉੱਥੋਂ ਦੇ ਜਿਹੜੇ ਪ੍ਰਿੰਸੀਪਲ ਮਹਿਲ ਸਿੰਘ ਆ, ਉਹਨਾਂ ਨੇ ਇਹਦੇ 'ਤੇ ਖਾਸੀ ਮਿਹਨਤ ਕੀਤੀ ਆ। ਉੱਥੇ ਪੰਜਾਬੀ ਜਿਹੜੇ ਡਿਪਾਰਟਮੈਂਟ ਦਾ ਇੱਕ ਬਹੁਤ ਅੱਛੇ ਯਾਨੀ ਟੀਮ ਆ, ਜਿਹਦੇ 'ਚ ਆਤਮ ਸਿੰਘ ਰੰਧਾਵਾ ਹਾਂਜੀ ਆਤਮ ਸਿੰਘ ਰੰਧਾਵਾ ਅਤੇ ਹੀਰਾ ਸਿੰਘ ਮੈਂ ਕਿ ਇਹਦੇ ਵਿੱਚ ਵੱਡਾ ਯੋਗਦਾਨ ਪਾਉਂਦੇ ਆ। ਬਾਕੀ ਇਹਦੇ ਜਿਹੜੇ ਫੈਕਲਟੀ ਮੈਂਬਰ ਆ ਉਹਨਾਂ ਦਾ ਵੀ ਯੋਗਦਾਨ ਮਹੱਤਵਪੂਰਨ ਹੁੰਦਾ। ਸਲਾਹਕਾਰ ਬੋਰਡ ਵੀ ਇਹਨਾਂ ਨੇ ਬਣਾਇਆ ਹੋਇਆ ਕਿ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਦੂਸਰੀਆਂ ਯੂਨੀਵਰਸਿਟੀਆਂ ਦੇ ਟੀਚਰ ਨੇ ਉਹਨਾਂ ਨੂੰ ਵੀ ਇਹਦੇ ਵਿੱਚ ਸ਼ਾਮਲ ਰੱਖਿਆ ਹੋਇਆ ਹੈਗਾ। ਬਿਲਕੁਲ ਖੋਜ ਨੂੰ ਹੀ ਸਮਰਪਿਤ ਆ ਅਤੇ ਇਹਦੇ ਵਿੱਚ ਹੱਛੀ ਖੋਜ ਛਪਦੀ ਹੈਗੀ ਹੈ। ਇੱਕ ਮੈਗਜ਼ੀਨ ਸਰ ਹੋਰ ਹੈ ਜੀ ਸ਼ਬਦ, ਇਹ ਕਿੱਥੋਂ ਛਪਦਾ ਜੀ? ਸ਼ਬਦ ਨੂੰ ਬੁਨਿਆਦੀ ਤੌਰ 'ਤੇ ਜਿੰਦਰ, ਜਿਹੜਾ ਕਹਾਣੀਕਾਰ ਆ ਜਿੰਦਰ, ਉਹ ਕੱਢਦਾ। ਜਿੰਦਰ ਇਹਨੂੰ ਬੁਨਿਆਦੀ ਤੌਰ 'ਤੇ ਕੱਢਦਾ ਹੈਗਾ। ਇਹ ਵੀ ਜਲੰਧਰ ਤੋਂ ਹੀ ਛਪਦਾ ਹੈ। ਹਰਜੀਤ ਅਟਵਾਲ ਜੀ, ਹਰਜੀਤ ਅਟਵਾਲ ਜਿਹੜੇ ਹੈਗੇ ਆ, ਜਿਹਨੂੰ ਕਹਿ ਸਕਦੇ ਆ ਇਹਦੇ ਵਿੱਚ ਵਿਦੇਸ਼ੀ ਹੱਥ ਮਜ਼ਾਕ ਨਾ ਕਹਿੰਦੇ ਆ। ਅਸਲ ਦੇ ਵਿੱਚ ਕੀ ਹੈਗਾ ਕਿ ਜਿਹੜੇ ਹਰਜੀਤ ਅਟਵਾਲ ਹੋਰੀ ਆ, ਉਹ ਤਾਂ ਬਹੁਤ ਅੱਛੇ ਸਾਹਿਤਕਾਰ ਆ, ਨਾਵਲਕਾਰ ਆ, ਕਹਾਣੀਕਾਰ ਆ, ਵਾਰਤਕ ਬਹੁਤ ਖੂਬਸੂਰਤ ਲਿਖਦੇ ਆ, ਵਿਲੱਖਣ ਵਿਸ਼ਿਆਂ 'ਤੇ ਵਾਰਤਕ ਲਿਖਦੇ ਆ। ਉਹਨਾਂ ਦਾ ਇਹਨਾਂ ਨੂੰ ਬਹੁਤ ਸਹਿਯੋਗ ਰਹਿੰਦਾ ਹੈਗਾ। ਅਤੇ ਇੱਕ ਤਰ੍ਹਾਂ ਨਾਲ ਇਹਦੇ ਸੰਪਾਦਕ ਆ ਜਿਹੜੇ, ਉਹ ਹਰਜੀਤ ਅਟਵਾਲ ਅਤੇ ਜਿੰਦਰ ਨੇ। ਇਹ ਵੀ ਰਸਾਲਾ ਦੋਵੇਂ ਤਰ੍ਹਾਂ ਦਾ ਹੀ ਆ। ਇਹਦੇ 'ਚ ਸਿਰਜਣਾਤਮਕ ਸਾਹਿਤ ਵੀ ਛਪਦਾ ਅਤੇ ਨਾਲ ਨਾਲ ਇਹਦੇ ਵਿੱਚ ਜਿਹਨੂੰ ਕਹਿ ਸਕਦੇ ਹਾਂ ਕਿ ਆਲੋਚਨਾਤਮਕ ਲਿਖਤਾਂ ਵੀ ਛਪਦੀਆਂ। ਇੱਕ ਸਰ J&K ਅਕੈਡਮੀ ਆਫ ਆਰਟ ਕਲਚਰ ਐਂਡ ਲੈਂਗੁਏਜਸ ਜੰਮੂ, ਇਹ ਛਪਦੇ ਆ ਜੀ ਸ਼ਿਰਾਜ਼ਾ। ਇਹਦੇ ਵਿੱਚ ਕਿਸ ਕਿਸਮ ਦੇ ਲੇਖ ਛਪਦੇ ਆ ਜੀ? ਦੇਖੋ, ਜਿਹੜੇ ਇਹ ਅਕੈਡਮੀਆਂ ਬਣਾਈਆਂ ਸੀਗੀਆਂ ਕਿ ਇਹ ਸੰਬੰਧਿਤ ਰਾਜਾਂ ਦਾ ਜਿਹੜਾ ਸਾਹਿਤ ਆ ਉਹਨੂੰ ਪ੍ਰੋਤਸਾਹਨ ਦੇਣ। ਜਿਹੜਾ ਪੰਜਾਬੀ ਦਾ ਸਾਹਿਤ ਜੰਮੂ ਕਸ਼ਮੀਰ ਦੇ ਵਿੱਚ ਰਚਿਆ ਜਾ ਰਿਹਾ, ਉਹਨੂੰ ਥਾਂ ਦੇਣ ਲਈ ਬੁਨਿਆਦੀ ਤੌਰ 'ਤੇ ਸ਼ਿਰਾਜ਼ਾ ਹੋਂਦ 'ਚ ਆਇਆ ਸੀ ਜੀ। ਮੁੱਢਲੇ ਸਮੇਂ ਦੇ ਵਿੱਚ ਇਹਦੇ ਵਿੱਚ ਵੀ ਸਾਹਿਤਕ ਰਚਨਾਵਾਂ ਜ਼ਿਆਦਾ ਛਪਦੀਆਂ ਸੀਗੀਆਂ। ਅੱਜ ਕੱਲ੍ਹ ਸ਼ਾਇਦ ਇਹਦੇ ਜਿਹੜੇ ਸੰਪਾਦਕ ਆ ਭੁਪਿੰਦਰ ਸਿੰਘ ਨੇ, ਭੁਪਿੰਦਰ ਸਿੰਘ, ਰਵਿੰਦਰ ਸਿੰਘ ਅਮਨ, ਇਛੂਪਾਲ, ਇਹ ਪੁਰਾਣਾ ਅੰਕ ਹੈਗਾ। ਅੱਜ ਕੱਲ੍ਹ ਸ਼ਾਇਦ ਇਹਦੇ ਜਿਹੜੇ ਸੰਪਾਦਕ ਆ ਉਹ ਭੁਪਿੰਦਰ ਸਿੰਘ ਨੇ। ਭੁਪਿੰਦਰ ਸਿੰਘ ਪਾਰਸ ਨੇ ਅੱਜ ਕੱਲ੍ਹ ਇਹਦੇ ਸੰਪਾਦਕ। ਅਤੇ ਇਹ ਅਕੈਡਮੀ ਦਾ ਰਸਾਲਾ ਹੈਗਾ। ਇਹਦੇ ਵਿੱਚ ਵੀ ਖੋਜ ਦੇ ਜਿਹੜੇ ਆਰਟੀਕਲ ਨੇ, ਜਿਹੜੇ ਖੋਜ ਪੱਤਰ ਨੇ, ਉਹ ਵੀ ਛਪਦੇ ਨੇ। ਜੀ ਜੀ। ਇੱਕ ਸਰ ਪ੍ਰਸਿੱਧ ਸੰਪਾਦਕ ਰਘੁਵੀਰ ਸਿੰਘ ਜੀ, ਉਹਨਾਂ ਦਾ ਜਿਹੜਾ ਮੈਗਜ਼ੀਨ ਹੈ ਸਿਰਜਣਾ, ਕਾਫੀ ਚਰਚਿਤ ਹੈ। ਹਾਂ, ਸਿਰਜਣਾ ਜਿਹੜਾ ਉਹਦਾ ਹੁਣ 200 ਤੋਂ ਉੱਪਰ ਅੰਕ ਨਿਕਲੇ। ਇੰਨੀ ਲੰਮਾ ਸਮਾਂ ਕੰਟੀਨਿਊਟੀ ਬਣਾਉਣੀ ਬਹੁਤ ਮੁਸ਼ਕਲ ਹੁੰਦੀ ਆ। 200ਵਾਂ ਅੰਕ, ਇਹ 203 ਅੰਕ ਹੋਣ ਵਾਲਾ, ਆ ਮੋਟਾ 200 ਅੰਕ ਸੀ। ਜੀ ਜੀ। ਇਹ ਵੀ ਕਿ ਇਹਨਾਂ ਨੇ 3-4 ਚੀਜ਼ਾਂ ਇਸ ਮੈਗਜ਼ੀਨ ਬਾਰੇ ਮੈਂ ਕਹਿਣੀਆਂ ਚਾਹੁੰਦਾ। ਪਹਿਲਾਂ ਤਾਂ ਕਿ ਕੰਟੀਨਿਊਟੀ ਹੈ, ਇੰਨਾ ਲੰਮਾ ਸਮਾਂ, ਸਿਰਫ ਸਾਲ ਵਿੱਚ 4 ਅੰਕ ਕੱਢਦੇ ਜੀ, ਪਰ ਕੰਟੀਨਿਊਟੀ ਕਿੰਨੀ ਹੋ ਗਈ? 25 ਸਾਲ ਦੇ ਵਿੱਚ ਇਹਨੇ ਇੱਕ ਇਤਿਹਾਸ ਕ੍ਰੀਏਟ ਕੀਤਾ ਹੈ। ਬਿਲਕੁਲ। ਅਤੇ 25 ਸਾਲ ਹੋਰ ਹੋ ਗਏ, 50 ਸਾਲਾਂ ਦੇ ਵਿੱਚ ਇੱਕ ਇਤਿਹਾਸ ਕ੍ਰੀਏਟ ਕੀਤਾ। ਸੰਤ ਸਿੰਘ ਸੇਖੋਂ ਹੋਰਾਂ ਦਾ ਇਹਦੇ 'ਤੇ ਪਹਿਲਾਂ ਸਰਪ੍ਰਸਤ ਹੁੰਦੇ ਸੀ, ਅੱਜ ਕੱਲ੍ਹ ਤਾਂ ਇਸ ਸੰਸਾਰ 'ਚ ਨਹੀਂ, ਆਪਾਂ ਜਾਣਦੇ ਹਾਂ। ਰਘਬੀਰ ਸਿੰਘ ਜੀ ਲਗਾਤਾਰ ਉਹਨਾਂ ਦਾ ਨਾਂ ਨਾਲ ਹੀ ਜੁੜ ਗਿਆ, ਰਘਬੀਰ ਸਿੰਘ ਸਿਰਜਣਾ। ਹਾਂਜੀ। ਬਾਕੀ ਕਿਉਂਕਿ ਰਘਬੀਰ ਸਿੰਘ ਬਹੁਤ ਸੀਗੇ, ਰਘਬੀਰ ਸਿੰਘ ਉਹਨਾਂ ਦੇ ਨਾਂ ਨਾਲ ਰਘਬੀਰ ਸਿੰਘ ਸਿਰਜਣਾ ਜੁੜ ਗਿਆ। ਮੁੱਢ ਤੋਂ ਹੀ ਇਹਦੀ ਇੱਕ ਬੈਲੈਂਸ ਅਪਰੋਚ ਆ ਕਿ ਇਹ ਭਾਵਾਂ ਮਾਰਕਸਵਾਦ ਨਾਲ ਪ੍ਰਤੀਬੱਧ ਆ, ਪਰ ਇਹ ਸਿਰਜਨਾਤਮਕ ਰਚਨਾ ਅਤੇ ਆਲੋਚਨਾਤਮਕ ਰਚਨਾ ਦੇ ਵਿੱਚ ਇੱਕ ਬੈਲੈਂਸ ਬਣਾ ਕੇ ਚੱਲਦੇ ਆ। ਨਾ ਤਾਂ ਇਕੱਲਾ ਸਿਰਜਨਾਤਮਕ ਹੀ ਛਾਪਦੇ ਆ, ਨਾ ਹੀ ਇਕੱਲਾ ਆਲੋਚਨਾਤਮਕ ਹੀ ਛਾਪਦੇ ਆ ਜੀ।
ਕਹਾਣੀ ਨੂੰ ਪ੍ਰਮੋਟ ਕਰਨ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ। ਬਹੁਤ ਕਹਾਣੀਆਂ ਜਿਹੜੀਆਂ ਵੱਡੇ ਕਹਾਣੀਕਾਰ ਉਹ ਸਟੈਬਲਿਸ਼ ਹੀ ਇਸ ਲਈ ਹੋਏ ਕਿ ਉਹ ਸਿਰਜਣਾ 'ਚ ਛਪੇ। ਸਿਰਜਣਾ 'ਚ ਕਹਾਣੀ ਛਪਣ ਦਾ ਮਤਲਬ ਕਹਾਣੀਕਾਰ ਬਣ ਜਾਣਾ। ਜੀ ਰਿਵਿਊ ਬਹੁਤ ਸੋਹਣੇ ਛਾਪਦੇ ਆ, ਪਹਿਲੇ ਦਿਨੋਂ ਹੀ ਰਿਵਿਊ ਬਹੁਤ ਛਾਪਦੇ ਆ। ਘੱਟੋ ਘੱਟ 5-10 ਕਿਤਾਬਾਂ ਦੇ ਹਰ ਅੰਕ ਦੇ ਵਿੱਚ ਰਿਵਿਊ ਹੁੰਦੇ ਆ। ਜੀ ਆਲੋਚਨਾਤਮਕ ਆਰਟੀਕਲ ਵੀ ਸਟੈਂਡਰਡ ਦੇ ਛਾਪਦੇ ਆ। ਪਰ ਇਹਨਾਂ ਦੀ ਇੱਕ ਕਹਿ ਲਓ ਕਿ ਸਮੱਸਿਆ ਕਹਿ ਲਓ ਜਾਂ ਘਾਟ ਕਹਿ ਲਓ, ਇਹਨਾਂ ਦਾ ਨਿਯਮ ਆ ਕਿ ਇਹ ਜਿਹੜੀ ਆ ਨਾ ਪ੍ਰਵਾਨਿਤ ਖੋਜ ਵਿਧੀ ਜਿਹਨੂੰ ਕਹਿੰਦੇ ਆ, ਉਹਦੀ ਵਰਤੋਂ ਨਹੀਂ ਕਰਦੇ। ਵਿੱਚ ਹੀ ਕਿ ਦਿੱਤੇ ਹੁੰਦੇ ਆ ਹਵਾਲੇ, ਪਰ ਉਸ ਕਿਸਮ ਦਾ ਨਹੀਂ ਇਹ ਕਿ ਵੀ ਜਿਵੇਂ ਵਿਦਿਆਰਥੀਆਂ ਨੂੰ ਸਿਖਾਇਆ ਜਾਂਦਾ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਸ ਤਰ੍ਹਾਂ ਨਾ ਜਿਹੜਾ ਆਮ ਪਾਠਕ ਆ ਉਹਦੇ ਲਈ ਇਹ ਬੜਾ ਵਧੀਆ ਨਹੀਂ ਹੁੰਦਾ ਗਾ। ਇਹ ਤਾਂ ਉਹਨਾਂ 10 ਰਸਾਲਿਆਂ ਦੀ ਗੱਲ ਹੋ ਗਈ ਜਿਹੜੇ UGC ਕੇਅਰ ਲਿਸਟ ਦੇ ਵਿੱਚ ਹੈਗੇ। ਜੀ ਤਾਂ ਸਰ ਸਮੁੱਚੇ ਤੌਰ 'ਤੇ ਇਹਨਾਂ ਮੈਗਜ਼ੀਨ ਬਾਰੇ ਜਿਹੜੇ 10 ਸ਼ਾਮਲ ਹੈ, ਇੱਕ ਤਰਸ਼ੰਕੂ ਵੀ ਇਹਦੇ ਵਿੱਚ ਸ਼ਾਮਲ ਹੈ, ਤਾਂ ਇਹਨਾਂ ਬਾਰੇ ਸਮੁੱਚੇ ਤੌਰ 'ਤੇ ਤੁਹਾਡੀ ਕੀ ਟਿੱਪਣੀ ਹੈ? ਹਾਂ, ਜਿਹੜਾ ਤਰਸ਼ੰਕੂ ਹੈਗਾ ਉਹ ਜਿਹਨੂੰ ਕਹਿ ਸਕਦੇ ਹਾਂ ਇੱਕ ਪ੍ਰਕਾਸ਼ਨ ਅਦਾਰੇ ਦਾ ਮੈਗਜ਼ੀਨ ਹੈਗਾ, ਚੇਤਨਾ ਪ੍ਰਕਾਸ਼ਨ ਦਾ। ਚੇਤਨਾ ਪ੍ਰਕਾਸ਼ਨ ਦੇ ਜਿਹੜੇ ਮਾਲਕ ਸਤੀਸ਼ ਗੁਲਾਟੀ ਜੀ ਆ, ਉਹੀ ਇਹਨੂੰ ਕੱਢਦੇ ਹੈਗੇ। ਸਮੀਤ ਗੁਲਾਟੀ ਆਪਣੇ ਬੇਟੇ ਨਾਲ ਰਲ ਕੇ। ਸੰਪਾਦਕ ਹੈ ਇਹਦੇ ਜਿਹੜੇ ਲੰਮਾ ਸਮਾਂ ਗੁਰਇਕਬਾਲ ਸਿੰਘ ਇਹਦੇ ਸੰਪਾਦਕ ਆ। ਇਹ ਵੀ ਰਸਾਲਾ ਉਸੇ ਤਰ੍ਹਾਂ ਹੀ ਆ ਕਿ ਇਹਦੇ ਵਿੱਚ ਆਲੋਚਨਾਤਮਕ ਵੀ ਛਪਦਾ, ਇਹਦੇ ਵਿੱਚ ਰਿਵਿਊ ਵੀ ਛਪਦੇ ਅਤੇ ਇਹਦੇ ਵਿੱਚ ਸਿਰਜਨਾਤਮਕ ਵੀ ਛਪਦੇ ਹੈਗੇ ਆ। ਜਿੱਥੋਂ ਤੱਕ ਗੱਲ ਹੈਗੀ ਆ ਕਿ ਜੇ ਆਪਾਂ ਗੱਲ ਕਰੀਏ ਕਿ ਇਹਨਾਂ ਦੇ ਮਿਆਰ ਦੀ, ਜੀ ਮੈਂ ਇਹਨਾਂ ਦੇ ਮਿਆਰ ਬਾਰੇ, ਸਾਰੇ ਆਪਣੇ ਦੋਸਤ ਨੇ, ਸਾਰੇ ਤੁਹਾਡੇ ਸਾਹਮਣੇ ਹੀ ਆ ਪਏ, ਆਪਾਂ ਘਰੇ ਹੀ ਬੈਠੇ ਆ ਅਤੇ ਇਹ ਸਾਰੇ ਹੀ ਆਪਣੇ ਕੋਲ ਮੈਗਜ਼ੀਨ ਪਏ ਆ, ਚੰਗੇ ਮੈਗਜ਼ੀਨ ਆ। ਇਸ ਦੇ ਬਾਵਜੂਦ ਮੈਂ ਥੋੜ੍ਹਾ ਜਿਹਾ ਸਵਾਲ ਇਸ ਗੱਲ 'ਤੇ ਜ਼ਰੂਰ ਉਠਾਉਣਾ ਚਾਹੁੰਦਾ ਹੈ ਕਿ ਜਿਹੜਾ UGC ਦੀ ਕੇਅਰ ਲਿਸਟ ਆ ਨਾ ਜੀ, ਇਹ UGC ਨੇ ਕਿਸ ਆਧਾਰ 'ਤੇ ਬਣਾਈ ਮੈਨੂੰ ਬਹੁਤਾ ਨਹੀਂ ਪਤਾ, ਪਰ ਇਹਦੇ ਵਿੱਚ ਬਹੁਤ ਮਹੱਤਵਪੂਰਨ ਜਿਹੜੇ ਮੈਗਜ਼ੀਨ ਰਹੇ ਆ ਉਹ ਨਹੀਂ ਇਹਦੇ ਵਿੱਚ ਸ਼ਾਮਲ। 3-4 ਦੇ ਮੈਂ ਨਾਂ ਲੈਣਾ ਚਾਹੁੰਦਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਖੋਜ ਪੱਤਰਕਾ, ਜੀ ਜੀ, ਸੱਭਿਆਚਾਰਕ ਪੱਤਰਕਾ, ਨਾਨਕ ਪ੍ਰਕਾਸ਼ ਪੱਤਰਕਾ ਕਿਸੇ ਵੇਲੇ ਪ੍ਰਕਾਸ਼ਿਤ ਹੁੰਦੀਆਂ ਰਹੀਆਂ, ਪਰ ਉਹ UGC ਕੇਅਰ ਲਿਸਟ ਦੇ ਵਿੱਚ ਨਹੀਂ ਆ, ਕਿਉਂਕਿ ਉਹ ਕਈ ਤਰ੍ਹਾਂ ਦੀਆਂ ਗੱਲਾਂ ਕਿ ਉੱਥੇ ਫਾਰਮ ਭਰਨਾ, ਉਹਦੀਆਂ ਕਈ ਹੋਰ ਲੋੜਾਂ ਸ਼ਰਤਾਂ ਉਹ ਨਹੀਂ ਪੂਰੀਆਂ ਕੀਤੀਆਂ। ਤਾਂ ਮੈਨੂੰ ਇਹ ਲੱਗਦਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਹ ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਖੋਜ ਦਰਪਣ ਜੀ ਉਹ ਸ਼ਾਮਲ ਨਹੀਂ ਆ। ਕਾਰਨ ਉਹਦਾ ਇਹ ਕਿ ਜੇ ਖੋਜ ਦਰਪਣ ਦੇ ਅੰਕ ਪਿੱਛੇ ਪੈ ਗਿਆ ਜਾਂ ਸੱਭਿਆਚਾਰ ਖੋਜ ਪੱਤਰਕਾ ਦਾ ਅੰਕ ਪਿੱਛੇ ਪੈ ਗਿਆ ਤਾਂ ਉਹ ਫਿਰ ਕੇਅਰ ਲਿਸਟ 'ਚੋਂ ਨਿਕਲ ਜਾਂਦਾ, ਕਿਉਂਕਿ ਉਹਦੇ ਵਿੱਚ ਰੈਗੂਲਰਿਟੀ ਚਾਹੀਦੀ ਹੈ ਕਿ ਹਰ ਸਾਲ ਦਾ ਰਿਵਿਊ ਕਰਦੇ ਆ। ਪਰ ਇਹ 2 ਰਸਾਲਿਆਂ ਦੀ ਗੱਲ ਕਰਦਾ। ਇੱਕ ਮੈਂ ਰਸਾਲੇ ਦੀ ਗੱਲ ਕਰਨੀ ਚਾਹੁੰਦਾ ਹੈ ਕਿ ਜਿਹਨੇ ਬਹੁਤ ਵੱਡਾ ਯੋਗਦਾਨ ਪਾਇਆ ਪੰਜਾਬੀ ਆਲੋਚਨਾ ਦੇ ਵਿੱਚ, ਉਹਦਾ ਨਾਂ ਹੀ ਆਲੋਚਨਾ ਹੈ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦਾ। ਉਹ ਆਲੋਚਨਾ ਮੈਗਜ਼ੀਨ ਵੀ ਇਹਦੇ ਵਿੱਚ ਸ਼ਾਮਲ ਨਹੀਂ ਹੈ। ਮੈਂ ਹੋਰ ਬਹੁਤ ਸਾਰੇ ਮੈਗਜ਼ੀਨਾਂ ਦਾ ਨਾਂ ਲੈ ਸਕਦਾ ਹੈ ਕਿ ਪਰ ਇਸ ਵੇਲੇ ਨਹੀਂ, ਕਿ ਜਿਵੇਂ ਇੱਕ ਕਾਵ ਸ਼ਾਸਤਰ ਮੈਗਜ਼ੀਨ ਹੈ ਜੀ, ਅੱਜ ਕੱਲ੍ਹ ਚੱਲਦਾ ਹੈਗਾ ਕਾਵ ਸ਼ਾਸਤਰ, ਪਰ ਉਹ ਇਹਦੇ ਵਿੱਚ ਸ਼ਾਮਲ ਨਹੀਂ ਹੈ। ਸੋ ਬਹੁਤ ਰਸਾਲੇ ਆ ਜਿਹੜੇ ਇਸ ਵੇਲੇ ਇਹਦੇ ਵਿੱਚ ਸ਼ਾਮਲ ਨਹੀਂ, ਹਾਲਾਂਕਿ ਉਹਨਾਂ ਦਾ ਮਿਆਰ ਵੀ ਕੋਈ ਘੱਟ ਨਹੀਂ। ਮੈਨੂੰ ਲੱਗਦਾ ਹੈ ਕਿ ਕੁਛ ਤਾਂ ਸਾਡਾ ਆਪਣਾ ਜਿਹੜੇ ਪੰਜਾਬੀ ਦੇ ਸੰਪਾਦਕ ਨੇ, ਪੰਜਾਬੀ ਦੇ ਪ੍ਰਕਾਸ਼ਕ ਨੇ, ਪੰਜਾਬੀ ਦੇ ਇਸ ਕੰਮ ਨਾਲ ਜੁੜੇ ਹੋਏ ਨੇ, ਉਹਨਾਂ ਲੋਕਾਂ ਦੀ ਅਣਗਹਿਲੀ ਆ ਕਿ ਅਸੀਂ ਇਹ ਜਿਹੜੀਆਂ ਲੋੜਾਂ ਨੇ, ਅਕੈਡਮਿਕ ਲੋੜਾਂ ਨੇ, ਜਾਂ ਜਿਹੜੇ ਸਰਕਾਰੀ ਨਿਯਮ ਬਣਦੇ ਨੇ ਜਾਂ ਅਕੈਡਮੀਆਂ ਦੇ ਜਿਹੜੇ ਨਿਯਮ ਬਣਦੇ ਨੇ, ਉਹਨਾਂ ਨੂੰ ਫਾਲੋ ਨਹੀਂ ਕਰਦੇ ਗੇ। ਪਰ ਆਪਾਂ ਇਹਨਾਂ ਮੈਗਜ਼ੀਨਾਂ ਦੀ ਗੱਲ ਕੀਤੀ ਜਿਹੜੇ 10 ਕੇਅਰ ਲਿਸਟ ਦੇ ਵਿੱਚ ਸ਼ਾਮਲ ਆ। ਮੈਂ ਉਹਨਾਂ ਮੈਗਜ਼ੀਨਾਂ ਦੀ ਵੀ ਗੱਲ ਕੀਤੀ ਜਿਹੜੇ ਰਿਸਰਚ ਦੇ ਤੌਰ 'ਤੇ ਕਾਫੀ ਉੱਪਰ ਸੀਗੇ, ਉਹ ਪਰ ਇਹਦੇ ਕੇਅਰ ਲਿਸਟ ਦੇ ਵਿੱਚ ਸ਼ਾਮਲ ਨਹੀਂ। ਮੈਂ ਉਹਨਾਂ ਦੀ ਗੱਲ ਵੀ ਕੀਤੀ, ਹਾਲਾਂਕਿ ਉਹਨਾਂ ਦੀ ਗੱਲ ਨਹੀਂ ਕੀਤੀ ਜਿਨ੍ਹਾਂ ਨੇ ਇਤਿਹਾਸ ਸਿਰਜਿਆ, ਜਿਵੇਂ ਕਿਸੇ ਸਮੇਂ ਸੇਧ ਨੇ 31 ਫਰਵਰੀ ਨੇ ਇਤਿਹਾਸ ਸਿਰਜਿਆ ਸੀ। ਜੀ ਜੀ ਜੀ, ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ UGC ਕੇਅਰ ਲਿਸਟ ਵਿੱਚ ਸ਼ਾਮਲ ਇਹਨਾਂ ਮੈਗਜ਼ੀਨਾਂ ਬਾਰੇ ਕਾਫੀ ਮਹੱਤਵਪੂਰਨ ਜਾਣਕਾਰੀ ਦਿੱਤੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ। ਤੁਹਾਡਾ ਵੀ ਸ਼ੁਕਰੀਆ ਦੋਸਤੋ, ਲਗਾਤਾਰ ਜੁੜੇ ਰਹੋ। ਸ਼ੁਕਰੀਆ।